ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਥਰਡ ਵਾਲੇ ਸੈਗਮੈਂਟ ਵਿੱਚ ਅਸੀਂ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਦੋਂ ਧਿਆਨ ਇੱਕ ਪਾਸੇ ਹੀ ਹੁੰਦਾ ਹੈ, ਅਸੀਂ ਇੱਕ ਪਾਸੇ ਦੀਆਂ ਡਿਵੈਲਪਮੈਂਟਸ ਦੇਖ ਰਹੇ ਹੁੰਦੇ ਹਾਂ, ਫਿਰ ਉੱਥੇ ਚੋਣ ਬਾਜ਼ਾਰ ਹਰ 6ਵੇਂ ਮਹੀਨੇ ਗਰਮ ਹੁੰਦਾ ਹੈ। ਹੁਣ ਵੀ ਜਿਵੇਂ ਚੋਣਾਂ ਹਰਿਆਣੇ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਹੋਈਆਂ ਅਸੈਂਬਲੀ ਦੀਆਂ, ਹਾਲਾਂ ਨਤੀਜਿਆਂ ਨੂੰ ਲੈ ਕੇ ਵੀ ਸਾਰੇ ਉੱਪਰ ਬੁੜਕ ਰਹੇ ਨੇ ਕਿ ਜੀ ਬੀਜੇਪੀ ਜਿਹੜੀ ਆ ਉਹ ਹਰਿਆਣੇ 'ਚੋਂ ਐਬਸਲੂਟ ਮੈਜੋਰਟੀ ਨਹੀਂ ਲਿਜਾ ਸਕੀ। ਮਹਾਰਾਸ਼ਟਰ 'ਚ ਵੀ ਸੀਟਾਂ ਘਟੀਆਂ ਨੇ ਜੀ। ਪੰਜਾਬ 'ਚ ਵੀ 4 ਜਿਹੜੀਆਂ ਬਾਈਪੋਲ ਸੀ, ਜਿਨ੍ਹਾਂ ਦੇ ਵਿੱਚ ਫਗਵਾੜਾ, ਹਲਕਾ ਦਾਖਾ ਔਰ ਮੁਕੇਰੀਆਂ ਔਰ ਇੱਕ ਸ਼ਾਇਦ ਕੋਈ ਹੋਰ ਸੀ, ਹੁਸ਼ਿਆਰਪੁਰ ਸੀ ਸ਼ਾਇਦ ਜੀ। ਉਹਨਾਂ ਦੇ ਵਿੱਚੋਂ 3 ਕਾਂਗਰਸ ਨੇ ਜਿੱਤੀਆਂ ਨੇ ਔਰ ਇੱਕ ਜਲਾਲਾਬਾਦ ਉਹ ਕਾਂਗਰਸ ਨੇ ਲਈ ਹੈ। ਜਲਾਲਾਬਾਦ ਅਕਾਲੀਆਂ ਨੇ ਦਾਖਾ ਹਲਕਾ ਜਿੱਤਿਆ। ਮੁਕੇਰੀਆਂ ਔਰ ਫਗਵਾੜਾ ਕਿਉਂਕਿ ਇਹ ਦੋਵੇਂ ਸੀਟਾਂ ਬੀਜੇਪੀ ਨੇ ਲੂਜ਼ ਕੀਤੀਆਂ, ਸੋ ਪੰਜਾਬ ਨੇ ਤਾਂ ਇੱਕ ਵਾਰੀ ਫਿਰ ਠਿੱਬੀ ਲਾਈ ਹੈ, ਇਹ ਵੱਖਰੀ ਗੱਲ ਹੈ। ਔਰ ਜਲਾਲਾਬਾਦ ਸੁਖਬੀਰ ਬਾਦਲ ਵੀ ਜਿਹੜਾ ਹੈ ਉਹ ਉਹਦਾ ਹੀ ਹਲਕਾ ਸੀ, ਉਹਦੇ ਰਿਜ਼ਾਈਨ ਕਰਨ ਕਰਕੇ ਉਹ MP ਬਣਿਆ। ਸੋ ਇਸ ਤੋਂ ਜ਼ਾਹਰ ਹੈ ਵੀ ਲੋਕ ਜਿਹੜੇ ਨੇ ਪੰਜਾਬ ਵਾਲੇ ਤਾਂ ਬੀਜੇਪੀ ਔਰ ਅਕਾਲੀ ਦੋਨਾਂ ਨੂੰ ਕੁੱਟ ਰਹੇ ਨੇ ਚੰਗੀ ਤਰ੍ਹਾਂ। ਔਰ ਲੇਕਿਨ ਹਰਿਆਣਾ ਔਰ ਮਹਾਰਾਸ਼ਟਰ ਦੇ ਰੁਝਾਨ ਵੀ ਇਹ ਦੱਸਦੇ ਨੇ, ਕਿਉਂਕਿ ਇਹਦੇ 'ਚ ਇੱਕ ਗੱਲ ਅਸੀਂ ਦੇਖਦੇ ਹਾਂ ਕਿ ਆਰਟੀਕਲ 370 ਨੂੰ ਖਤਮ ਕਰਨ ਨੂੰ ਬੜਾ ਵੱਡਾ ਮੁੱਦਾ ਬਣਾ ਕੇ ਇਹ ਸਮਝਦੇ ਸੀ ਕਿ ਮਹਾਰਾਸ਼ਟਰ ਔਰ ਹਰਿਆਣੇ 'ਚ ਅਸੀਂ 3/4 ਸੀਟਾਂ ਲੈ ਜਾਵਾਂਗੇ। ਸੋ ਇਹ ਇੱਕ ਵੱਖਰਾ ਇਸ਼ੂ ਹੈ ਔਰ ਮੈਂ ਇਹਨੂੰ ਕਦੇ ਬਹੁਤੀ ਇੰਪੋਰਟੈਂਸ ਵੀ ਨਹੀਂ ਦਿੰਦਾ। ਸਾਡੇ ਲਈ ਤਾਂ ਇਹ ਸਾਰੀਆਂ ਇਹਨਾਂ ਦੀਆਂ ਸ਼ੈਮ ਇਲੈਕਸ਼ਨਸ ਹੀ ਨੇ, ਕਿਉਂਕਿ ਸਾਡੇ ਲਈ ਆਪਣੀ ਆਜ਼ਾਦੀ ਦੀ ਅਹਿਮੀਅਤ ਹੈ, ਅਲਟੀਮੇਟਲੀ ਉਹੀ ਸਾਡਾ ਸੋਲੂਸ਼ਨ ਹੈ। ਸੋ ਕਰਤਾਰਪੁਰ ਕੋਰੀਡੋਰ ਦੇ ਉੱਤੇ ਵੀ ਕੁਫਰ ਟੂਟਾ ਖੁਦਾ ਕਰਕੇ ਫਾਈਨਲੀ। ਲੇਕਿਨ ਆਉਣ ਵਾਲੇ ਪੀਰੀਅਡ 'ਚ ਪੰਜਾਬ 'ਚ ਕਿਵੇਂ ਇਹ ਸਿੱਖਾਂ ਦੀ ਘੇਰਾਬੰਦੀ ਕਰ ਰਹੇ ਨੇ ਸਾਡੇ ਇੱਕ ਸੱਜਣ, ਜਿਨ੍ਹਾਂ ਬਾਰੇ ਮੈਂ ਕੱਲ੍ਹ ਵੀ ਕਿਹਾ ਸੀ, ਉਹਨਾਂ ਨੇ ਕਿਹਾ ਜੀ ਜਿਹੜੇ ਦਿੱਲੀ 'ਚ ਬੈਠੇ ਵਪਾਰੀ ਸਿੱਖ ਨੇ ਜਾਂ ਬੰਬਈ 'ਚ ਵੀ ਬੈਠੇ ਨੇ ਜਾਂ ਕਲਕੱਤੇ 'ਚ ਵੀ ਨੇ, ਉਹ ਇਹ ਕਹਿ ਰਹੇ ਨੇ ਕਿ ਹੁਣ ਸਾਡੀ ਵਾਰੀ ਆਣੀ ਹੈ। ਔਰ ਉਹਨਾਂ 'ਚ ਜਿਹੜੇ ਕੁਝ ਵਪਾਰੀ ਨੇ ਉਹ ਕਹਿੰਦੇ ਜੀ ਹਰ 2 ਹਫ਼ਤੇ ਬਾਅਦ ਕੋਈ ਨਾ ਕੋਈ RSS ਦੇ 3-4 ਬੰਦੇ ਆ ਜਾਣਗੇ कि सरदार जी हम यहाँ जगराता करवा रहे हैं, हम गणेश जी का कर रहे हैं, 20,000 रुपया दो। वो कहते जी भी साडियां अखां सामने लिंचिंग हुंदी भी किवें मुसलमानां नूं और दलितां नूं लिंच कीता है, ਅਸੀਂ ਉਹ ਸਾਰੇ ਕਹਿੰਦੇ ਨੇ ਘਬਰਾਏ ਹੋਏ ਨੇ। ਔਰ ਉਹਨਾਂ ਨੂੰ ਔਰ ਉਹਦੇ 'ਚ ਆਮ ਬੰਦਾ ਹੀ ਨਹੀਂ, ਪ੍ਰੋਮੀਨੈਂਟ ਬੰਦੇ ਵੀ। ਔਰ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਇੱਕ ਲਿਖਤ ਜਿਹੜੀ ਮੈਂ ਲਾਸਟ ਟਾਈਮ ਸ਼ੇਅਰ ਨਹੀਂ ਸੀ ਕਰ ਸਕਿਆ, ਜਿਹਦੇ 'ਚ ਉਹਨਾਂ ਨੇ ਇਹ ਪੂਰਾ ਵਾਰਨ ਕੀਤਾ ਵੀ ਪੰਜਾਬ ਦੇ ਵਿੱਚ ਕਿਵੇਂ ਕਲੋਜ਼ ਮੋਨੀਟਰਿੰਗ, ਉਹੀ ਨਫ਼ਰਤ ਜਗਮੀਤ ਸਿੰਘ ਹੋਰਾਂ ਦੇ ਕਿੰਗ ਮੇਕਰ ਬਣਨ ਦੇ ਉੱਤੇ ਕਿਵੇਂ ਭਾਰਤ ਦਾ ਮੀਡੀਆ, ਟਵਿੱਟਰ, ਦੂਜੇ ਤੀਜੇ ਸਾਰਿਆਂ ਨੇ ਕਿਵੇਂ ਨਫ਼ਰਤ ਦਿਖਾਈ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ। ਔਰ ਭੈਣ ਜੀ ਨੇ ਸਾਨੂੰ ਕਾਫੀ ਲਿਖਤਾਂ ਇਸ ਪੀਰੀਅਡ ਦੇ ਵਿੱਚ ਭੇਜੀਆਂ ਨੇ। ਪਰ ਇਹ ਇੱਕ ਅਹਿਮੀਅਤ ਵਾਲੀ ਗੱਲ ਹੈ ਕਿ ਵੀ ਉਹਨਾਂ 'ਚੋਂ ਕਿ ਵੀ ਕਿਵੇਂ ਪੰਜਾਬ ਦੇ ਵਿੱਚ ਏਜੰਸੀਆਂ ਦੀ ਗ੍ਰਿਪ ਜਿਹੜੀ ਹੈ ਉਹ ਟਾਈਟ ਹੋ ਰਹੀ ਹੈ। ਔਰ ਭੈਣ ਜੀ ਨੇ ਲਿਖਿਆ ਵੀ ਆਈ ਵੰਡਰ if asleep, callous, ignorant Sikhs feel the heat yet or not, is only eating, sleeping, good house or car freedom। ਉਹਨਾਂ ਨੇ ਸਿੱਖਾਂ ਨੂੰ, ਭਾਰਤ ਦੇ ਸਿੱਖਾਂ ਬਾਰੇ ਕਿਹਾ ਕਿ ਜੀ ਕੀ ਸਿਰਫ ਖਾਣਾ ਪੀਣਾ ਸੌਣਾ, ਵਧੀਆ ਕਾਰ, ਵਧੀਆ ਗੱਡੀ ਔਰ ਇਹੀ ਸਾਡੀ ਇਹਨੂੰ ਹੀ ਆਜ਼ਾਦੀ ਕਹਿੰਦੇ ਨੇ। Can Sikhs not see how Indian media didn't celebrate win of 18 Sikh MPs in Canada now and how it ill-treated Sikh MPs and ministers who won in 2015? How Indian agencies run propaganda against Sikh politicians, academics, activists abroad and meddle in our gurdwaras all over the world? ਕਿ ਕਿਵੇਂ ਇਹਨਾਂ ਨੇ ਸਿੱਖ MP ਜਿਹੜੇ ਜਿੱਤੇ ਨੇ ਉਹਨਾਂ ਨੂੰ ਜਿਹੜਾ ਉਹ ਟ੍ਰੋਲਿੰਗ ਕੀਤੀ ਹੈ ਔਰ ਕਿਵੇਂ ਜਿਹੜਾ ਇਹ ਬਿਲਕੁਲ ਸਾਰੀ ਦੁਨੀਆ ਦੇ ਵਿੱਚ ਜਿਹੜਾ ਉਹ ਸਾਨੂੰ ਬਦਨਾਮ ਕਰ ਰਹੇ ਨੇ, ਗੁਰਦੁਆਰਿਆਂ 'ਚ ਇੰਟਰਫੀਅਰ ਕਰ ਰਹੇ ਨੇ। How India even interferes in our religion, history, memory and banned books, reports on Sikh human rights and got 1984 Sikh genocide memorial removed in Connecticut, USA. How Indian media always attacks art and literature by Sikhs pertaining to 1984, be it Kumar's mime play or Singh twins paintings on Operation Blue Star and Nep Sidhu's exhibit on Blue Star. They ban all movies and documentaries made by Sikhs and non-Sikhs on Sikh genocide and human rights violations against Sikhs and run massive propaganda to claim Sikhs are Hindus or that all violence was due to terrorism by Sikhs and Indians just retaliated। उन्होंने सारे वेरवे ਦਿੱਤੇ ਨੇ ਕਿ ਕਿਵੇਂ
ਕਿਹੜੇ ਡਰਾਮੇ, ਕਿਹੜੀਆਂ ਪੇਂਟਿੰਗਸ ਔਰ ਕਿਵੇਂ ਉਹਨਾਂ ਨੇ ਈਵਨ ਕਨੈਟੀਕਟ ਦੇ ਵਿੱਚ ਜਿਹੜਾ ਜੈਨੋਸਾਈਡ ਮੈਮੋਰੀਅਲ ਸੀ ਉਹਨੂੰ ਰਿਮੂਵ ਕਰਵਾਇਆ। ਜੀ Cease slavery of Indian Sikhs, they can't even congratulate winners of Canadian elections or elections elsewhere, such as places like UK, Australia, New Zealand, ਉਹ ਵਧਾਈ ਵੀ ਨਹੀਂ ਦੇ ਸਕਦੇ। ਔਰ ਫਿਰ I am shocked how Western media and academia have also accepted Indian propaganda on Sikhs, and almost all sites, magazines and articles are anti-Sikh or call 1984 as a retaliation riot due to Indira's assassination। ਜੀ ਕਿ ਇਹੀ ਪ੍ਰੋਪੇਗੈਂਡਾ ਵੈਸਟ ਨੇ ਵੀ ਮੰਨ ਲਿਆ ਬਿਲਕੁਲ ਕਿ ਜੀ ਉਹਨਾਂ ਨੇ ਤਾਂ ਮੌਬਸ ਤਾਂ ਜਿਹੜੀਆਂ ਨੇ ਉਹ ਕਿਉਂਕਿ ਇੰਦਰਾ ਗਾਂਧੀ ਦੀਆਂ ਭਗਤ ਸੀ ਔਰ ਸਿੱਖਾਂ ਨੇ ਮਾਰਿਆ ਉਹਨੂੰ ਔਰ ਉਹਨਾਂ ਨੇ ਰੀਟੈਲੀਏਟ ਕੀਤਾ। In contrast, Kashmiris have lobbied well and put their narratives out everywhere. India has whipped completely at US hearing on human rights today, much to the chagrin of Hindus. ਇਹਦਾ ਜ਼ਿਕਰ ਅਸੀਂ ਅੱਗੇ ਵੀ ਕੀਤਾ ਹੈ। ਜੀ I hope Sikhs also churn out writers, academics, researchers, allies of some same caliber and have clarity like Kashmiris. Meanwhile, Modi government is still spreading propaganda that Kartarpur corridor is to revive terrorism in Punjab and radicalize Sikhs, कि भी वो ही propaganda बार-बार कर रहे हैं। जी Center has proposed to regulate social media and access even encrypted apps like WhatsApp and Telegram. You can search for the news as Supreme Court of India will be taking up case for government control on social media. ਇਹ ਆਲਰੇਡੀ ਮੇਨ ਖਬਰ ਰਹੀ ਹੈ ਜੀ ਕਿ ਕਿਵੇਂ ਜਿਹੜਾ ਸੋਸ਼ਲ ਮੀਡੀਆ ਉਹਦੇ ਤੇ ਵੀ ਉਹ ਪੂਰਾ ਕੰਟਰੋਲ ਕਰ ਰਹੇ ਨੇ। Center is also setting up new center of NIA, IB, RAW combined with state agencies and police to control Punjab. ਇਹ ਤਿੰਨੋਂ ਹੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, RAW ਔਰ ਇੰਟੈਲੀਜੈਂਸ ਬਿਊਰੋ ਇਹਨਾਂ ਦੇ ਜੁਆਇੰਟ ਕਮਾਂਡ ਦੇ ਥੱਲੇ ਪੰਜਾਬ ਨੂੰ ਲਿਆ ਕੇ ਪੰਜਾਬ ਦੇ ਵਿੱਚ ਇਹ ਸੈਂਟਰ ਜਿਹੜਾ ਉਹ ਖੋਲ ਰਹੇ ਨੇ। ਜੀ As if agencies existing already were not enough, Modi is setting up new combo centers in Punjab where all agencies of India will operate and work, do their operations together. ਕਿ ਪੰਜਾਬ ਦੇ ਵਿੱਚ combo sector ਜਿੱਥੇ ਕਿ ਸਾਰੀਆਂ ਏਜੰਸੀਆਂ together operate ਕਰਨਗੀਆਂ। Is this freedom or equal citizenship? ਇਹ ਹੈ ਆਜ਼ਾਦੀ ਜਾਂ ਜੀ। ਬਰਾਬਰੀ ਦੀ ਸ਼ਹਿਰੀਅਤ? Let Sikhs answer, ਇਹ ਸਿੱਖ ਜਵਾਬ ਦੇਣ। If Sikhs are respected, trusted equally and have all equal rights in India, then why India doesn't have as many Sikh MPs and ministers in center as Canada? ਜੇ ਇੰਨਾ ਹੀ ਪਿਆਰ ਹੈ ਤੇ ਬਰਾਬਰ ਸਮਝਦੇ ਹੋ ਫਿਰ ਕੈਨੇਡਾ ਜਿਹਨੇ ਤੁਹਾਡੇ MP ਕਿਉਂ ਨਹੀਂ ਹੈਗੇ? ਜੀ Why Amritdhari Sikhs can't become even CM of Punjab, let alone central government ministers? ਉਹ ਸਾਰੇ ਤਿਲਕ ਲਾਉਣ ਵਾਲੇ ਤੇ ਹਵਨ ਕਰਾਉਣ ਵਾਲੇ ਕਿਉਂ ਬਣਦੇ ਨੇ? ਅੰਮ੍ਰਿਤਧਾਰੀ ਕਿਉਂ ਨਹੀਂ ਬਣ ਕਿਉਂ ਨਹੀਂ ਸਕਦੇ? ਬਣ ਸਕਦੇ? Why Sikhs are not taken in India's RAW, IB, NSG, SPG, is special guards ne jehde? Why Sikhs can't control own gurdwaras, institutions, history and narratives? Why Sikhs are scared to even say they are not Hindus? ਇੰਨਾ ਡਰ ਪੈਦਾ ਕੀਤਾ ਵੀ ਇਹ ਵੀ ਨਹੀਂ ਖੁੱਲ੍ਹ ਕੇ ਸੇ ਕਹਿ ਸਕਦੇ ਵੀ ਅਸੀਂ ਹਿੰਦੂ ਨਹੀਂ ਹਾਂ। Why Hindus justify all human rights violations against Sikhs? ਜੋ ਕਰਦੇ ਨੇ ਉਹਨੂੰ ਜਸਟੀਫਾਈ ਕਰਦਾ। Why Hindus threaten repeat of 1984 and even recently attacked Akal Takht when acting ਜਥੇਦਾਰ spoke against Hindu ਰਾਸ਼ਟਰ? ਜੀ ਕਿਵੇਂ ਉਹਨਾਂ ਨੇ ਅਕਾਲ ਤਖਤ ਤੇ ਹੀ ਅਟੈਕ ਕੀਤਾ ਕਿ ਜੀ ਇੱਕ ਦੇਸ਼ ਕਿਵੇਂ ਦੋ ਤਖਤ ਹੋ ਸਕਦੇ ਨੇ ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਆਵਾਜ਼ ਚੁੱਕੀ। ਬਿਲਕੁਲ Your channels must tow and needle Sikhs, make them think and ask questions they await। ਕਿ ਵੀ ਤੁਹਾਡਾ ਚੈਨਲ ਜਿਹੜਾ ਹੈ ਉਹ ਸਿੱਖਾਂ ਨੂੰ ਜਿਹੜਾ ਪ੍ਰਿਕ ਦਿਓ, ਉਹਨਾਂ ਨੂੰ ਆਰ ਲਾਓ ਕਿ ਵੀ ਉਹ ਜਿਹੜੇ ਨੇ ਕਿਉਂ ਨਹੀਂ ਇਸ ਕਿਸਮ ਦੇ ਸਵਾਲ ਕਰਦੇ ਜਿਹੜੇ ਕਿ ਦੱਸਦੇ ਨੇ ਕਿ ਭਾਈ ਉਹ ਕਿਵੇਂ ਗੁਲਾਮ ਨੇ। Why no state of India has joint IB, NIA, RAW centers like Punjab? ਵੀ ਬਾਕੀ ਕਿਸੇ ਸਟੇਟ 'ਚ ਇਹ ਸਾਰੀਆਂ ਏਜੰਸੀਆਂ ਕੋਂਬੋ ਨਹੀਂ ਬਣਾਈਆਂ ਇਹਨਾਂ ਨੇ ਕਿ ਵੀ ਜਿਵੇਂ ਪੰਜਾਬ 'ਚ ਬਣਾਈਆਂ। Why TADA was used only in Punjab? ਜੀ ਸਿਰਫ ਟਾਡਾ ਕਾਨੂੰਨ ਪੰਜਾਬ। Why acts like Armed Forces Special Powers Act are only in border states dominated by minorities and tribals, but never in Hindu majority states? ਜੀ ਕਿਸੇ ਨੇ ਕਿਹਾ ਜੰਮੂ ਕਸ਼ਮੀਰ 'ਚ, ਉਹਨੇ ਕਿਹਾ ਜੀ ਹੁਣ ਤੁਸੀਂ ਸਟੇਟ ਵੀ ਤੋੜਤੀ, ਦੂਜਾ ਵੀ ਕਰਤਾ ਹੈ, ਹੁਣ ਹਟਾ ਦਿਓ। ਇਹ ਤਾਂ ਤੁਸੀਂ ਜੰਮੂ ਕਸ਼ਮੀਰ ਟਰਬਲ ਸਟੇਟ 'ਚ ਲਾਇਆ ਹੋਇਆ ਸੀ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ। ਜੀ So it will be difficult for us to send mails or write tweets and blogs from India now that government has planned to control and snoop on internet, social media and arrest anyone without warrant in name of national interest। ਉਹ ਕਿਹਾ ਜੀ ਸਾਡੇ ਲਈ ਵੀ ਔਖਾ ਹੋ ਜਾਏਗਾ। ਨੈਸ਼ਨਲ ਇੰਟਰਸਟ ਦੇ ਥੱਲੇ ਆਲਰੇਡੀ ਟਵੀਟ ਔਰ ਸੋਸ਼ਲ ਮੀਡੀਆ ਦੇ ਬੇਸ ਹੋ ਕੇਸ ਵੀ ਰਜਿਸਟਰ ਕਰਦੇ ਨੇ। ਜੀ So I hope
diaspora understands and doesn't mind silence of 6 years। ਜੇ ਤੁਹਾਨੂੰ ਇੱਥੋਂ ਦੇ ਚੁੱਪ ਹੋ ਜਾਂਦੇ ਨੇ ਤਾਂ ਮਾਈਂਡ ਨਾ ਕਰਨਾ ਵੀ ਆ ਇੱਥੇ ਚੱਲ ਰਿਹਾ। ways to ask Indian national Sikhs why they agree to support and live in Hindu Rashtra if they are against radicalism and orthodoxy। ਕਿ ਵੀ ਤੁਸੀਂ ਜੇ ਖਿਲਾਫ ਹੋ ਤਾਂ ਫਿਰ ਕਿਉਂ ਰਹਿਣਾ ਚਾਹੁੰਦੇ ਹੋ ਤੁਸੀਂ ਹਿੰਦੂ ਇੰਡੀਆ 'ਚ। ਜੀ why those who oppose Khalistan are living happily or quietly and pledge patriotism to Hindu Rashtra। ਕਿ ਵੀ ਤੁਸੀਂ ਉਹਨਾਂ ਦੇ ਨਾਲ ਆਪਣੀ ਜਿਹੜੀ ਹੈ ਵਫਾ ਕਿਉਂ ਪਾਲਦੇ ਹੋ ਔਰ ਬਿਲਕੁਲ। ਕਿਉਂ ਹਿੰਦੂ ਰਾਸ਼ਟਰ 'ਚ ਰਹਿੰਦੇ ਹੋ ਜੇ ਤੁਸੀਂ ਇਹ ਸਭ ਦੇ ਇੰਨਾ ਖਿਲਾਫ ਹੋ। ਜੀ ਅਸੀਂ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਸਾਨੂੰ ਲਿਖਿਆ ਸੋ ਸਾਡੇ ਕੋਲ ਪਹਿਲੇ ਸੈਗਮੈਂਟ ਤੇ ਨਗਾਰਾ ਪੰਥ ਖਾਲਸਾ ਦੀ ਆਈਡੀ ਤੋਂ ਮੈਸੇਜ ਆਇਆ। ਲਿਖਦੇ ਨੇ ਕਿ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਧਿਆਨ ਦਾਸ ਉਹਨਾਂ ਬੇਵਸ 90 ਲੱਖ ਮੁਸਲਮਾਨ ਵੱਲ ਜਾਣਾ ਚਾਹੁੰਦਾ ਹੈ ਜਿਨ੍ਹਾਂ ਨੂੰ ਵੋਟਾਂ ਹੱਕ ਰਾਸ਼ਟਰੀ ਬਿੱਲ ਦੇ ਕਾਲੇ ਕਾਨੂੰਨ ਤਹਿਤ ਖੋਹ ਲਿਆ ਹੈ, ਬਲਕਿ ਉਹਨਾਂ ਤੋਂ ਰਾਸ਼ਨ ਕਾਰਡ ਵੀ ਖੋਲੇ ਨੇ ਜਿਸ ਦੀ ਗੱਲ ਤੁਸੀਂ ਅਕਸਰ ਕਰਦੇ ਹੋ। ਉਹਨਾਂ ਲਈ ਅਸਾਮ ਵੱਲ ਇਹਨਾਂ ਜ਼ਾਲਮਾਂ ਚਾਣਕਿਆਂ ਦੇ ਚੇਲਿਆਂ ਨੇ ਨਵੀਂ ਕਈ ਸੈਂਕੜੇ ਜੇਲਾਂ ਬਣਾ ਲਏ ਹਨ ਜੋ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ, ਬਿਲਕੁਲ ਨਾਜ਼ੀਆਂ ਦੀ ਤਰਜ਼ ਤੇ ਜੋ ਕਿ ਅਗਲੇ 2 ਮਹੀਨੇ ਵਿੱਚ ਤਿਆਰ ਹੋ ਜਾਣੇ ਨੇ। ਫਿਰ ਇਹ ਜ਼ਾਲਮ ਦੀਆਂ ਗੰਦੀਆਂ ਔਲਾਦਾਂ ਉਹਨਾਂ ਜੇਲਾਂ ਵਿੱਚ 90 ਲੱਖ ਮੁਸਲਮਾਨਾਂ ਦੇ ਨਾਲ ਭਾਰਤ ਭਰ ਤੇ ਕਸ਼ਮੀਰ ਵਿਚਲੇ ਮੁਸਲਮਾਨਾਂ ਨੂੰ ਭਿਆਨਕ ਤਸੀਹੇ ਤੇ ਮੁਸਲਮਾਨ ਬੀਬੀਆਂ ਤੇ ਬੱਚਿਆਂ ਨਾਲ ਜ਼ਬਰ ਜਨਾਹ ਹੀ ਬਲਕਿ ਬੱਚਿਆਂ ਨਾਲ ਵੀ ਜ਼ਬਰ ਜਨਾਹ ਕਰਨਗੇ। ਇਹ RSS ਦੇ ਮੁੱਖ ਮੁੱਦੇ ਹਨ। ਫਿਰ ਉਸ ਤੋਂ ਬਾਅਦ ਮੌਤ ਦੇ ਘਾਟ ਉਤਾਰ ਦੇਣਗੇ। ਕੋਸ਼ਿਸ਼ ਕਰਦਾ ਹਾਂ ਕਿ ਤੁਹਾਨੂੰ ਤਸਵੀਰਾਂ ਵੀ ਭੇਜਾਂ ਕਿਉਂਕਿ ਕਿਸੇ ਖਬਰ ਅਦਾਰੇ ਨੇ ਇਹ ਖਬਰਾਂ ਨਾ ਨਸ਼ਰ ਕੀਤੀਆਂ ਹਨ ਨਾ ਹੀ ਅੱਗੇ ਕਰਨੀਆਂ ਹਨ। ਵਾਹਿਗੁਰੂ ਜੀ ਆਪ ਜੀ ਅਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਤੁਸੀਂ ਇਸ ਤੋਂ ਸ਼ੁਕਰੀਆ ਨਗਾਰਾ ਪੰਥ ਜੀ। ਅਸੀਂ ਵੈਲਕਮ ਕਰਾਂਗੇ ਜੋ ਵੀ ਤੁਸੀਂ ਖਬਰ ਵਿਦ ਪਿਕਚਰਸ ਭੇਜੋਗੇ ਬਿਲਕੁਲ ਅਸੀਂ ਉਸ ਨੂੰ ਜ਼ਰੂਰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਜੀ ਮੁਹੰਮਦ ਅਹਿਮਦ ਜੀ ਸਾਨੂੰ ਲਿਖਦੇ ਨੇ ਮੈਨੀ ਕੰਗ੍ਰੈਚੁਲੇਸ਼ਨਸ ਟੂ ਸਿੱਖ ਨੇਸ਼ਨ ਔਨ ਏ ਪ੍ਰਾਈਸਲੈਸ ਗਿਫਟ ਆਫ ਕਰਤਾਰਪੁਰ ਕੋਰੀਡੋਰ ਫਰੋਮ ਵਾਹਿਗੁਰੂ ਔਨ 505th ਬਰਥਡੇ ਆਫ ਹਜ਼ਰਤ ਬਾਬਾ ਨਾਨਕ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਲਿਖਤ ਲਈ ਔਰ ਹੋਰ ਵੀ ਬਹੁਤ ਸਾਰੇ ਵਧਾਈ ਦੇ ਮੈਸੇਜ ਨੇ ਸੋ ਅਸੀਂ ਸਭ ਦਾ ਸਾਂਝਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਸੋ ਮੈਂ ਬ੍ਰੇਕ ਲਾ ਲਾਂ ਫਿਰ ਇੱਥੇ ਔਰ ਨਹੀਂ ਜੇ ਕੋਈ ਹੈ ਤਾਂ ਤੁਸੀਂ ਪੜ੍ਹ ਸਕਦੇ ਜੀ ਉਹ ਸਾਰੇ ਉਹੀ ਮੈਸੇਜ ਨੇ। ਹਾਂਜੀ ਠੀਕ ਹੈ ਮੁਹੰਮਦ ਅਹਿਮਦ ਜੀ ਫਿਰ ਦੁਬਾਰਾ ਉਹਨਾਂ ਦਾ ਮੈਸੇਜ ਕਹਿੰਦੇ ਨੇ observing very closely since last 1 year that Vaheguru ji blessing Sikh nation these days and Ahmed Arif Sah likhde hain great development really happy congrats to all and Deepak ਕਮਲਜੀਤ ਸਿੰਘ ਲਿਖਦੇ ਨੇ ਕਿ ਇੰਡੀਅਨ ਏਜੰਸੀਜ਼ ਕੋਈ ਐਸੀ ਹਰਕਤ ਕਰ ਸਕਦੀ ਹੈ ਜੋ ਪਾਕਿਸਤਾਨ ਨਾਲ ਦੁਸ਼ਮਣੀ ਪਾ ਕੇ ਬੰਦ ਕਰ ਸਕਣ। ਦੇਖੋ ਇਹ ਤਾਂ ਤਲਵਾਰ ਲਟਕਦੀ ਰਹੇਗੀ ਪਰ ਮੈਂ ਸਮਝਦਾ ਵੀ ਇਹ ਹੁਣ ਸਾਡਾ ਵੀ ਫਰਜ਼ ਹੈ ਕਿ ਅਸੀਂ ਜਿਹੜਾ ਇਸ ਬਾਰੇ ਜਾਗਰੂਕ ਵੀ ਹੋਈਏ ਔਰ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰੱਖੀਏ ਕਿ ਸਾਡੇ ਆਲੇ ਦੁਆਲੇ ਕੀ ਹੈ ਕਿਉਂਕਿ ਜਿਹੜੇ ਵੱਡੇ ਜਥੇ ਨੇ 5-5 ਹਜ਼ਾਰ ਦੇ ਉਹਨਾਂ 'ਚ ਗੁੱਡ ਨੰਬਰ ਇੰਡੀਅਨ ਏਜੰਸੀਜ਼ ਦੇ ਬੰਦਿਆਂ ਦਾ ਵੀ ਹੋਏਗਾ। ਕੁਛ ਨਾ ਕੁਛ ਹੋਰ ਵੀ ਕੋਈ ਡਰੱਗਸ ਦੇ ਨਾਂ ਥੱਲੇ ਕੋਈ ਟੈਰਰਿਜ਼ਮ ਦੇ ਨਾਂ ਥੱਲੇ ਹਥਿਆਰਾਂ ਦੇ ਨਾਂ ਥੱਲੇ ਹਾਲਾਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਹੀ ਟਾਈਮ ਹੈ ਉੱਥੇ ਰਾਤ ਕਿਸੇ ਨੂੰ ਠਹਿਰਣ ਦੀ ਆਗਿਆ ਨਹੀਂ ਪਰ ਪਾਕਿਸਤਾਨ ਵਾਲੇ ਪਾਸਿਓਂ ਵੀ ਆ ਸਕਦੇ ਨੇ ਸਿੱਖ ਯਾਤਰੂ। ਸੋ ਇਹਨਾਂ ਦੀ ਏਜੰਸੀਆਂ ਦੇ ਇਨਫਿਲਟ੍ਰੇਸ਼ਨ ਸਾਰੇ ਪਾਸੇ ਆ ਪਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਜਿੰਨੇ ਪੁਖਤਾ ਪ੍ਰਬੰਧ ਕੀਤੇ ਨੇ ਉਹਨਾਂ ਨੇ ਸਿਕਿਉਰਿਟੀ ਆਸਪੈਕਟ ਨੂੰ ਵੀ ਬਹੁਤ ਧਿਆਨ ਦੇ ਨਾਲ ਜਿਹੜਾ ਉਸ ਦੀ ਵੀ ਸਾਂਭ ਸੰਭਾਲ ਦੇ ਲਈ ਪ੍ਰਬੰਧ ਕੀਤੇ ਨੇ। ਜੀ ਦੂਸਰੇ ਸੈਗਮੈਂਟ ਤੇ ਨਗਾਰਾ ਪੰਥ ਖਾਲਸਾ ਦੀ ਆਈਡੀ ਤੋਂ ਮੈਸੇਜ ਹੈ। ਮੈਂ ਦੇਖ ਲਿਆ ਮੈਂ ਠੀਕ ਹੈ ਓਕੇ ਜੀ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।